सब्सक्राइब कीजिए हमारे चैनल को, हमारी नई वीडियो को सबसे पहले देखने के लिए और बेल आइकॉन को प्रेस कीजिए। बिस्मिल्लाहिर्रहमानिर्रहीम। अस्सलामुअलैकुम दोस्तों, क्या हाल चाल हैं। मैं उम्मीद करता हूं कि मेरे तमाम दोस्त खैरियत से होंगे। तो दोस्तों, ये एक फार्म है, उन फार्मर से भी हम आपकी मुलाकात करवाते हैं और ये आप अपनी स्क्रीन के ऊपर उनका माल देख सकते हैं। माशाल्लाह काफ़ी अच्छा है। अस्सलाम वालेकुम। वालेकुम अस्सलाम। सर क्या हाल चाल है। अल्लाह का शुक्र है जी। काला अच्छा सर, थानों इंटरनेट के ऊपर काफ़ी लोग देख रहे हैं माशाल्लाह, हज़ारों लाखों लोग देखते हैं। अल्हम्दुलिल्लाह। तो सर ਇਹ ਬੱਕਰੀਆਂ ਤੁਸੀਂ ਫਾਰਮ ਦੇ ਵਿੱਚ ਇਹਨਾਂ ਨੂੰ ਪੱਠੇ ਕਿਉਂ ਨਹੀਂ ਪਾਉਂਦੇ, ਬਾਹਰ ਲੈ ਕੇ ਆਏ ਹੋ। ਸਬਜ਼ ਚਾਰਾ ਇੱਥੇ ਚੱਲ ਰਹੀਆਂ ਨੇ। ਇਹ ਸਰ ਵਾਕਸ਼ਾਕ ਕਰਾ ਰਹੇ ਆ ਫਾਰਮ ਤੇ ਸਿਰਫ ਵੰਡਾ ਛੰਡਾ ਖਵਾਈਦਾ ਹੈ। ਇਹਨੇ ਨਾਲ ਇਹ ਆ ਕਿ ਤੁਰ ਫਿਰ ਲੈਂਦਾ ਜਾਨਵਰ, ਲੱਤਾਂ ਲੁੱਤਾਂ ਖੁੱਲ ਜਾਂਦੀਆਂ। ਦੁੱਧ ਦੀ ਵੀ ਪੈਦਾਵਾਰ ਜ਼ਿਆਦਾ, ਗੋਸ਼ਤ ਦੀ ਵੀ ਪੈਦਾਵਾਰ ਜ਼ਿਆਦਾ ਤੇ ਜਾਨਵਰ ਸਾਫ ਸੁਥਰਾ ਵੀ ਜ਼ਿਆਦਾ ਰਹਿੰਦਾ। ਇੱਕੋ ਜਗ੍ਹਾ ਤੇ ਬੰਨ ਕੇ ਰੱਖਣ ਨਾਲੋਂ ਜਾਂ ਉਹਨੂੰ ਫਾਰਮ 'ਚ ਤਾੜੀ ਰੱਖਣਾ। ਹਾਂਜੀ, ਫਾਰਮ ਨੂੰ ਹਵਾ ਫਿਰ ਜਾਂਦੀ ਹੈ ਨਾ। ਹੁਣ ਇੱਥੇ ਮਾਲ ਫਿਰ ਰਿਹਾ, ਪਿੱਛੇ ਉੱਥੇ ਜਗ੍ਹਾ ਵਿਹਲੀ ਪਈ ਹੈ, ਹਵਾ ਫਿਰ ਰਹੀ ਹੈ, ਪਿੱਛੇ ਖੁਸ਼ਕਾ ਕਰ ਰਿਹਾ ਜਗ੍ਹਾ ਦਾ ਵੀ। ਨਾਲੇ ਜਾਨਵਰ ਤੁਰ ਫਿਰ ਲੈਗਾ, ਜੜੀ ਬੂਟੀਆਂ ਖਾਂਦਾ, ਵੰਨ ਸੋਨਾ ਪੱਠਾ ਖਾਂਦਾ। ਇਦਾਂ ਦਾ ਫਾਰਮ ਤੇ ਨਹੀਂ ਨਾ ਖਾਂਦਾ। ਦਵਾਈਆਂ ਦਾ ਵੀ ਖਰਚਾ ਵਾਵਾ ਘਟ ਜਾਂਦਾ ਇਹਨਾਂ ਦਾ। ਹਾਂਜੀ, ਦਵਾਈ ਦਾ ਤਾਂ ਜ਼ਾਹਰੀ ਗੱਲ ਹੈ, ਵਿੱਚ ਜੜੀ ਬੂਟੀਆਂ ਹਰ ਤਰ੍ਹਾਂ ਦੀਆਂ ਅੱਲਾਹ ਪਾਕ ਖੇਤਾਂ 'ਚ ਕਰਦਾ ਤੇ ਉਹ ਮਾਲ ਖਾਂਦਾ, ਤੰਦਰੁਸਤ ਰਹਿੰਦਾ। ਅੱਛਾ ਸਰ, ਇਹ ਜਿਹੜਾ ਘਾਹ ਤੁਹਾਡਾ ਜ਼ਾਤੀ ਬੀਜਿਆ ਹੋਇਆ ਉੱਗਿਆ ਜਾਂ ਇਹ ਆਪੇ ਉੱਗਿਆ ਜਾਂ ਇਹਦਾ ਕੀ ਹਿਸਾਬ ਹੈ। ਨਹੀਂ ਜੀ, ਇਹ ਬੀਜਿਆ ਹੋਇਆ ਹੈ। ਇਹ ਵੀ ਬੀਜਿਆ ਹੋਇਆ। ਹਾਂਜੀ, ਬੀਜਿਆ ਹੋਇਆ। ਅੱਛਾ, ਤੇ ਤੁਸੀਂ ਉਹ ਜਿਹੜਾ ਪਿੱਛੇ ਮੈਨੂੰ ਦਿਖਾਇਆ, ਜਿਹੜਾ 4 ਏਕੜ ਤੁਸੀਂ ਆਸਟ੍ਰੇਲੀਅਨ ਘਾਹ ਲਾਇਆ ਸੀ। ਹਾਂਜੀ, ਉਹ ਆਸਟ੍ਰੇਲੀਅਨ ਉਹ ਪਹਿਲੇ ਦਾ ਲਾਇਆ ਹੋਇਆ 4 ਏਕੜ, ਲੇਕਿਨ ਇਹ ਅਸੀਂ ਹੁਣ ਨਵਾਂ ਲਾਇਆ ਰੋਡ ਗ੍ਰਾਸ। ਅਸੀਂ ਹੋਰ ਇਹ ਵੀ ਇਨਸ਼ਾਅੱਲਾ ਹੋਰ ਇਹੀ ਲਾਵਾਂਗੇ ਹੁਣ ਮਜ਼ੀਦ। ਰੋਡ ਗ੍ਰਾਸ ਇਹ ਘਾਹ ਅੱਛਾ ਹੈਗਾ। ਇਹਦੀ ਵਜ੍ਹਾ ਇਹ ਆ ਕਿ 20-25 ਦਿਨ ਬਾਅਦ ਦੁਬਾਰਾ ਤੁਹਾਡਾ ਲੌ ਤਿਆਰ ਹੋ ਜਾਂਦਾ। ਅੱਛਾ ਹਾਂਜੀ। ਅੱਛਾ, ਮੈਂ ਸੁਣਿਆ ਕਿ ਇੱਕ ਖੇਤ ਦੇ ਵਿੱਚੋਂ ਤਕਰੀਬਨ ਕਾਫੀ ਯਾਨੀ ਕਿ ਵੱਡੀ ਮਕਦਾਰ ਦੇ ਵਿੱਚ ਇਹ ਘਾਹ ਜਿਹੜਾ ਲੂਸਣ ਨਾਲੋਂ ਵੀ ਜ਼ਿਆਦਾ ਪੈਦਾਵਾਰ ਦਿੰਦਾ ਖੇਤ ਦੀ। 25 ਦਿਨਾਂ ਬਾਅਦ ਲੌ ਤਿਆਰ ਹੋ ਜਾਂਦਾ ਇਹਦਾ। ਸਰ ਲੂਸਣ ਤਾਂ ਬਹੁਤ ਸਲੋ ਹੈ ਤਿਆਰ ਹੁੰਦਾ ਵਾ, ਇਹ ਤਾਂ ਬੜੀ ਸਪੀਡ ਹੈ ਰੋਡ ਗ੍ਰਾਸ। ਔਰ ਲੂਸਣ ਦਾ ਉੱਤੇ ਖਰਚਾ ਵੀ ਜ਼ਿਆਦਾ ਨਾ। ਖਰਚਾ ਵੀ ਜ਼ਿਆਦਾ, ਪਾਣੀ ਬਹੁਤ ਲੱਗਦੇ ਆ, ਫਿਰ ਉਹਦੀ ਗਰੋਥ ਬੜੀ ਸਲੋ ਹੈਗੀ। ਅੱਛਾ, ਤੇ ਸਰ ਇਹਦੇ ਨਾਲ ਦੁੱਧ ਨੂੰ ਕੋਈ ਫਰਕ ਤਾਂ ਨਹੀਂ ਪੈਂਦਾ ਜਾਂ ਗੋਸ਼ਤ ਦੀ ਪੈਦਾਵਾਰ ਨੂੰ ਫਰਕ ਪੈਂਦਾ ਹੋਵੇ ਰੋਡ ਗ੍ਰਾਸ ਨਾਲ। ਸਰ ਇਹਦੇ ਨਾਲ ਸਗੋਂ ਵੱਧਦਾ ਦੁੱਧ ਵੀ ਤੇ ਗੋਸ਼ਤ ਵੀ। ਅੱਛਾ, ਤੁਸੀਂ ਜਾਨਵਰ ਦੀ ਹੈਲਥ ਦੇਖੋਗੇ, ਜਿਹੜੇ ਜਾਨਵਰ ਨੂੰ ਇਹ ਰੋਡ ਗ੍ਰਾਸ ਖਾਂਦਾ ਹੋਵੇਗਾ। ਬਿਲਕੁਲ ਮੈਂ ਦੇਖੇ ਨੇ, ਬੜੀ ਚਮਕ ਮਾਸ਼ਾਅੱਲਾ, ਬਾਡੀ ਬੜੀ ਸਟਰੋਂਗ ਹੁੰਦੀ ਹੈ ਉਹਦੀ ਆਮ ਜਾਨਵਰ ਦੇ ਹਿਸਾਬ ਨਾਲ। ਲੂਸਣ ਤਾਂ ਬੜਾ ਇੱਕ ਹੋਰ ਤਰ੍ਹਾਂ ਦਾ ਪੱਠਾ ਹੈਗਾ। ਸਹੀ ਹੋ ਗਿਆ। ਅੱਛਾ, ਤੇ ਆਸਟ੍ਰੇਲੀਅਨ ਘਾਹ ਦਾ ਤੇ ਬੀ ਬੜਾ ਮਹਿੰਗਾ, ਉਹ ਤੇ ਤਕਰੀਬਨ ਕੋਈ 6-7 ਹਜ਼ਾਰ ਰੁਪਏ ਦਾ ਕਿਲੋ ਆ। ਤੇ ਰੋਡ ਗ੍ਰਾਸ ਦਾ ਜਿਹੜਾ ਬੀ ਆ ਉਹਦਾ ਕੀ ਹਿਸਾਬ ਆ। ਇਹ ਰੋਡ ਗ੍ਰਾਸ ਸਰ ਤਕਰੀਬਨ 1600-1500 ਤੋਂ ਸਟਾਰਟ ਹੋ ਕੇ 2000-2200 ਤੱਕ। ਅੱਛੇ ਤੋਂ ਅੱਛਾ ਬੀ ਜਿਹੜਾ ਸਾਫ ਸੁਥਰਾ ਬੀ, ਅੱਛੇ ਤੋਂ ਅੱਛਾ 2200-2400 ਤੱਕ। ਇਹ ਬਹੁਤ ਵਾਰੇ ਚ। ਨਾਲੇ ਇਹ ਜਾਨਵਰ ਲਈ ਹੈ ਬੜਾ ਫਿੱਟ ਹੈਗਾ। 20-25 ਦਿਨ ਬਾਅਦ ਤੁਹਾਡਾ ਲੌ ਤਿਆਰ ਹੋ ਜਾਏਗਾ। ਜਾਨਵਰ ਖਾਏਗਾ, ਇਹਦੇ ਵਿੱਚ ਵਿਟਾਮਿਨ ਜ਼ਿਆਦਾ ਇਹਦੇ ਵਿੱਚ। ਅੱਛਾ ਸਰ, ਇਹ ਘਾਹ ਜਿਹੜਾ ਇੱਕ ਦਫਾ ਬੀਜਿਆ ਹੋਵੇ ਤੇ ਇੱਕ ਕਿੰਨੀ ਕੁ ਦੇਰ ਯਾਨੀ ਕਿ ਦੁਬਾਰਾ ਨਹੀਂ ਬੀਜਣਾ ਪੈਂਦਾ। ਫਾਰਮਰ ਜਿਹੜਾ ਉਹ ਇੱਕ ਦਫਾ ਬੀਜ ਕੇ ਉਹਦੀ ਇਹ ਪੱਠੇ ਦੀ ਟੈਨਸ਼ਨ ਮੁੱਕ ਜਾਵੇ, ਯਾਨੀ ਕਿ ਕਿੰਨੀ ਦੇਰ ਤੁਸੀਂ ਦੁਬਾਰਾ ਚਾਰ ਸਕਦੇ ਹੋ। ਇਹ ਭਾਈ ਤੁਸੀਂ 4 ਸਾਲ 4.5 ਸਾਲ ਤੱਕ ਤੁਸੀਂ ਇਹਦੇ ਨਾਲ ਚਲਾ ਸਕਦੇ ਹੋ। ਪਾਣੀ ਸ਼ਾਣੀ ਲੱਗਦੇ ਰਹਿਣ ਤੇ ਬਸ ਥੋੜੀ ਹਲਕੀ ਫੁਲਕੀ ਦੇਖਭਾਲ ਇਹਦੀ ਰੱਖੋ ਤੇ ਇਨਸ਼ਾਅੱਲਾ ਮਰਦਾ ਹੀ ਨਹੀਂ। ਅੱਛਾ, ਹਾਂਜੀ, ਮਰਦਾ ਹੀ ਨਹੀਂ। 4.5 ਸਾਲ 5 ਸਾਲ ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਆ ਕਿ ਘਾਹ ਜਿਹੜਾ ਉਹ ਜ਼ਬਰਦਸਤ ਆ ਚਰਾਈ ਵਾਸਤੇ। ਬਹੁਤ ਆਸਾਨੀ ਨਾਲ। ਅੱਛਾ, ਤੇ ਤੁਹਾਡਾ ਕੀ ਖਿਆਲ ਆ, ਬੱਕਰੇ ਜਿਹੜੇ ਨੇ, ਬੱਕਰੀਆਂ ਨੇ, ਉਹ ਇਦਾਂ ਛੱਡ ਕੇ ਇਹਨਾਂ ਨੂੰ ਜ਼ਰਾ 2 ਘੰਟੇ ਸਵੇਰ 2 ਘੰਟੇ ਸ਼ਾਮ, ਜਿਵੇਂ ਤੁਹਾਡਾ ਸ਼ਡਿਊਲ ਆ, ਹਾਂਜੀ ਇਸ ਤਰੀਕੇ ਨਾਲ ਚਾਰਿਆ ਜਾਵੇ ਜਾਂ ਪੱਠੇ ਫਿਰ ਬੰਦਾ ਨੌਕਰ ਰੱਖੇ, ਵੱਢ ਕੇ ਲਿਜਾ ਕੇ ਉੱਥੇ ਕੁਤਰੇ ਫਿਰ ਉਹਨਾਂ ਨੂੰ ਪਾਵੇ, ਉਹ ਸਹੀ ਹੈ ਜਾਂ ਆਹ ਸਹੀ ਹੈ। ਇਹ ਦੇਖ ਲਓ ਤੁਸੀਂ ਹੁਣ ਕਿ ਸਾਡੇ ਇੱਥੇ 2-3 ਬੰਦੇ ਫਿਰ ਰਹੇ ਆ ਮਾਲ ਚਰਾਉਣ ਲਈ। 200-300-250 ਬੱਕਰਾ ਅਸੀਂ ਜਾਂ ਮਾਲ ਲਈ ਫਿਰਦੇ ਹਾਂ। ਹਾਂ ਬਿਲਕੁਲ। ਜੇ ਅਗਰ ਇਹੀ ਅਸੀਂ ਫਾਰਮ ਤੇ ਬੰਨ੍ਹ ਕੇ ਇਹਨਾਂ ਨੂੰ ਪੱਠੇ ਪਾਈਏ ਤੇ ਸਾਨੂੰ 3-4 ਬੰਦੇ ਯਾਨੀ ਕਿ ਪੱਠੇ ਵੱਢਣ ਲਈ ਚਾਹੀਦੇ ਆ। ਕੁਤਰਨ ਵਾਲਾ ਸਿਸਟਮ ਚਾਹੀਦਾ। ਫਿਰ ਇਹਨੂੰ ਲਿਜਾ ਕੇ ਪੱਠੇ ਪਾਉਣ ਲਈ ਟਾਈਮਿੰਗ ਚਾਹੀਦੀ ਹੈ। ਇੱਥੇ ਹੁਣ ਮਾਲ ਨੂੰ ਵੀ ਪਤਾ ਵੀ 2 ਟਾਈਮ ਆਉਣਾ ਅਸੀਂ। ਹਾਂ ਬਿਲਕੁਲ। ਮਾਲ ਆਪਣੇ ਆਪ ਹੀ ਆਦੇ ਐਨ ਉੱਖਾਂ ਕੱਢ ਲੈਂਦਾ। ਯਾਨੀ ਕਿ ਅਗਰ ਇੱਕ ਨੌਕਰ 10,000 ਰੁਪਏ ਦਾ ਰੱਖਿਆ ਹੋਵੇ, 4 ਨੌਕਰਾਂ ਦਾ 40,000 ਮਹੀਨੇ ਦਾ ਬਣਦਾ ਤੇ ਸਾਲ ਦੇ ਤੇ ਬਹੁਤ ਪੈਸੇ ਬਣ ਜਾਣੇ। ਉਹ 5-6.5 ਲੱਖ ਰੁਪਈਆ ਬਣ ਜਾਣਾ, ਉਹ ਬਚ ਗਿਆ। ਬਿਲਕੁਲ ਬਚਦਾ ਜੀ। ਇਹਦੇ ਨਾਲ ਬੜੀ ਬੱਚਤ ਹੈਗੀ ਆ, ਨਾਲੇ ਆਸਾਨੀ ਹੈ ਇਹਦੇ 'ਚ ਬਹੁਤ ਜ਼ਿਆਦਾ। ਤੇ ਤੁਸੀਂ ਟੈਡੀ ਬੱਕਰੀਆਂ ਨਹੀਂ ਰੱਖੀਆਂ? ਮੇਰੇ ਕਾਫੀ ਦੋਸਤ ਨੇ ਉਹ ਟੈਡੀ ਬੱਕਰੀ 'ਚ ਬੜੀ ਦਿਲਚਸਪੀ ਲੈਂਦੇ ਨੇ। ਤੇ ਟੈਡੀ ਬੱਕਰੀ ਹੈ ਨਹੀਂ, ਲੇਕਿਨ ਹੁਣ ਸਾਡਾ ਇਰਾਦਾ ਹੈ ਕੋਈ ਨਾ 60-70 ਜਾਨਵਰ ਯਾਨੀ ਕਿ ਜਿਹੜੇ ਟੈਡੀ ਬੱਕਰੀ ਦੇ ਵੀ ਪਾਉਣੇ। ਅੱਛਾ, ਬਹੁਤ ਅੱਛਾ ਕੰਮ ਹੈਗਾ ਮਾਸ਼ਾਅੱਲਾ, ਉਹਦਾ ਵਾਧਾ ਬਹੁਤ ਆ।
ਵਾਧਾ ਵੀ ਬੜਾ, ਨਾਲੇ ਉਹ ਸਾਰਾ ਸਾਲ ਉਹਦੇ ਬੱਕਰੇ ਜਿਹੜੇ ਆ ਕਸਾਈ ਲੈ ਗਏ, ਇਧਰ ਉਧਰ ਗੋਸ਼ਤ ਵਾਸਤੇ ਵਿਕ ਜਾਂਦੇ ਨੇ। ਉਹ ਸਮਝ ਲਓ ਜੀ ਉਹ ਖਰਗੋਸ਼ ਦਾ ਰਹੀ ਆ, ਉਹਦੀ ਪੈਦਾਵਾਰ ਵੀ ਤੇ ਉਹ ਕਰਨ ਵਾਲਾ ਹਿਸਾਬ ਹੀ ਆ। ਕੋਈ ਪ੍ਰਾਹੁਣੇ ਚਾਰ ਜ਼ਿਆਦੇ ਆ ਜਾਣ ਤੇ ਬੰਦਾ ਉਹਨੂੰ ਢਾ ਲੈਂਦਾ। ਸਹੀ। ਉਹ ਤੇ ਨਾਲੇ ਜਿਹੜੇ ਟੈਡੀ ਬੱਕਰੇ ਨੇ ਇਹ ਕਸਾਈ ਜ਼ਿਆਦਾ ਸਾਰਾ ਸਾਲ ਇਹ ਹੀ ਕਰਦੇ ਨੇ, ਕਿਉਂਕਿ ਜਿਹੜਾ ਹੁਣ ਰਾਜਨਪੁਰੀ ਆ ਜਾਂ ਦੂਜੀਆਂ ਅੱਛੇ ਬ੍ਰਾਂਡ ਨੇ ਨਸਲਾਂ ਨੇ ਬੱਕਰੇ ਦੀਆਂ, ਜਿਹੜਾ 70,000 ਦਾ 80,000 ਦਾ ਲੱਖ ਦਾ ਬੱਕਰਾ, ਉਹ ਤੇ ਹੁਣ ਨਹੀਂ ਨਾ ਕਸਾਈ ਲੈ ਕੇ ਮੁੱਲ ਕਰੇਗਾ ਫਟੇ ਦੇ। ਉਹ ਤਾਂ ਜੀ ਕੁਰਬਾਨੀ ਲਈ, ਇਹ ਮਾਲ ਸਾਰਾ ਕੁਰਬਾਨੀ ਲਈ ਤਿਆਰ ਹੁੰਦਾ। ठीक है सर, बहुत शुक्रिया सर, बहुत मेहरबानी थोड़ी। तो दोस्तों ये देखा आपने, सुनी बात एक फार्मर के ज़बानी। हम इनका जो ऑस्ट्रेलियन घास है वो भी आपको दिखाएंगे। तो दोस्तों आपसे रिक्वेस्ट है, आप हमारे चैनल को सब्सक्राइब लाजमी करें। हमारे चैनल के ऊपर रोज़ाना की बुनियाद पर अच्छी मालूमात अपलोड होती है। अपना बहुत सा ख्याल रखना। अल्लाह हाफ़िज़।